ਗੁੱਡ ਮਾਰਨਿੰਗ ਸਟੂਡੈਂਟਸ। ਬੱਚੇ ਅੱਜ ਅਸੀਂ ਕਲਾਸ 8th ਦਾ ਵਿਸ਼ਾ ਵਿਗਿਆਨ ਕਰਨ ਜਾ ਰਹੇ ਹਾਂ। ਅੱਜ ਅਸੀਂ ਅਧਿਆਇ ਨੰਬਰ 12 ਰਗੜ ਬਾਰੇ ਪੜ੍ਹਾਂਗੇ। ਆਓ ਦੇਖੀਏ। ਤੁਸੀਂ ਟ੍ਰੈਫਿਕ ਸਿਗਨਲ 'ਤੇ ਕਾਰ ਜਾਂ ਟਰੱਕ ਡਰਾਈਵਰ ਨੂੰ ਆਪਣੇ ਵਾਹਨ ਨੂੰ ਹੌਲੀ ਕਰਦੇ ਵੇਖਿਆ ਹੋਵੇਗਾ। ਜਦੋਂ ਵੀ ਜ਼ਰੂਰੀ ਹੁੰਦਾ ਹੈ ਤੁਸੀਂ ਵੀ ਬ੍ਰੇਕ ਲਾ ਕੇ ਆਪਣੇ ਸਾਈਕਲ ਨੂੰ ਹੌਲੀ ਕਰਦੇ ਹੋ। ਕੀ ਤੁਸੀਂ ਕਦੇ ਸੋਚਿਆ ਹੈ ਕਿ ਬ੍ਰੇਕ ਲਾਉਣ ਨਾਲ ਵਾਹਨ ਹੌਲੀ ਕਿਉਂ ਹੋ ਜਾਂਦੇ ਹਨ? ਕੇਵਲ ਵਾਹਨ ਹੀ ਨਹੀਂ, ਕੋਈ ਵੀ ਵਸਤੂ ਜਿਹੜੀ ਕਿਸੇ ਹੋਰ ਵਸਤੂ ਦੀ ਸਤ੍ਹਾ ਉੱਤੇ ਗਤੀ ਕਰ ਰਹੀ ਹੁੰਦੀ ਹੈ ਉਸ ਸਥਿਤੀ ਵਿੱਚ ਵੀ ਹੌਲੀ ਹੋ ਜਾਂਦੀ ਹੈ ਜਦੋਂ ਉਸ ਉੱਤੇ ਕੋਈ ਬਾਹਰੀ ਬਲ ਨਹੀਂ ਲਗਾਇਆ ਹੋਵੇ। ਅੰਤਤੋਂ ਰੁਕ ਜਾਂਦੀ ਹੈ। ਕੀ ਤੁਸੀਂ ਫਰਸ਼ ਉੱਤੇ ਰਿੜ੍ਹਦੀ ਗੇਂਦ ਨੂੰ ਕੁਝ ਸਮੇਂ ਬਾਅਦ ਰੁਕਦੇ ਵੇਖਿਆ ਹੈ? ਕੇਲੇ ਦੀ ਛਿੱਲੜ ਉੱਤੇ ਪੈਰ ਟਿਕਦੇ ਹੀ ਅਸੀਂ ਕਿਉਂ ਤਿਲਕ ਜਾਂਦੇ ਹਾਂ? ਕਿਸੇ ਮੁਲਾਇਮ ਅਤੇ ਗਿੱਲੇ ਫਰਸ਼ ਉੱਤੇ ਚੱਲਣਾ ਕਿਉਂ ਮੁਸ਼ਕਿਲ ਹੁੰਦਾ ਹੈ? ਓਕੇ, ਦੇਖੋ ਜਿਹੜੇ ਟ੍ਰੈਫਿਕ ਸਿਗਨਲਸ ਹੁੰਦੇ ਨੇ ਉੱਥੇ ਬਹੁਤ ਸਾਰੇ ਵਾਹਨ ਜਿਹੜੇ ਆ ਹੌਲੀ ਹੋ ਜਾਂਦੇ ਆ, ਠੀਕ ਹੈ। ਅਤੇ ਜਦੋਂ ਅਸੀਂ ਕੋਈ ਵੀ ਸਾਈਕਲ ਚਲਾ ਰਹੇ ਹਾਂ ਅਤੇ ਬ੍ਰੇਕ ਲਗਾਉਂਦੇ ਹਾਂ ਤਾਂ ਉਹ ਵੀ ਹੌਲੀ ਹੋ ਜਾਂਦਾ ਆ। ਇਹ ਕਦੇ ਤੁਸੀਂ ਸੋਚਿਆ ਕਿ ਅਜਿਹਾ ਕਿਉਂ ਹੁੰਦਾ ਆ? ਉਹ ਵਾਹਨ ਹੌਲੀ ਕਿਉਂ ਹੋ ਜਾਂਦੇ ਆ? ਜਿਵੇਂ ਕੋਈ ਵੀ ਵਸਤੂ ਆ ਜਿਹੜੀ ਗਤੀ ਕਰ ਰਹੀ ਆ, ਠੀਕ ਹੈ, ਉਹ ਇੱਕ ਨਾ ਇੱਕ ਸਥਿਤੀ ਤੇ ਜਾ ਕੇ ਰੁਕ ਜਾਏਗੀ, ਠੀਕ ਹੈ। ਜਿਵੇਂ ਐਗਜ਼ਾਮਪਲ ਲੈਂਦੇ ਹਾਂ, ਇੱਕ ਉਦਾਹਰਨ ਲੈਂਦੇ ਹਾਂ ਕਿ ਕੋਈ ਵੀ ਰਿੜ੍ਹਦੀ ਹੋਈ ਗੇਂਦ ਆ ਜਾਂ ਕੋਈ ਫੁੱਟਬਾਲ ਆ, ਅਸੀਂ ਉਹਨੂੰ ਕਿੱਕ ਮਾਰੀ ਆ, ਉਸਨੇ ਵੀ ਇੱਕ ਕਿਸੇ ਨਾ ਕਿਸੇ ਸਥਿਤੀ 'ਤੇ ਜਾ ਕੇ ਰੁਕ ਜਾਣਾ ਹੈ। ਅਜਿਹਾ ਕਿਉਂ ਹੁੰਦਾ ਆ? ਅਜਿਹਾ ਕੀ ਆ ਜਿਹੜਾ ਉਹਨਾਂ ਦੀ ਗਤੀ ਦੇ ਵਿਰੁੱਧ 'ਚ ਕੰਮ ਕਰ ਰਿਹਾ ਆ? ਉਸ ਨੂੰ ਰਗੜ ਕਹਿੰਦੇ ਨੇ, ਠੀਕ ਹੈ। ਜਿਵੇਂ ਉਹਨਾਂ ਨੇ ਕਿਹਾ ਆ ਕਿ ਕੇਲੇ ਦੇ ਛਿਲਕੇ 'ਤੇ ਅਸੀਂ ਤਿਲਕ ਜਾਂਦੇ ਹਾਂ ਜਾਂ ਕੋਈ ਮੁਲਾਇਮ ਫਰਸ਼ ਹੁੰਦਾ ਆ ਉੱਤੇ ਕਿਉਂ ਨਹੀਂ ਅਸੀਂ ਚੱਲ ਪਾਉਂਦੇ? ਅਜਿਹਾ ਕਿਉਂ ਹੁੰਦਾ ਆ? ਕਿਉਂਕਿ ਜਿਹੜੀ ਰਗੜ ਹੁੰਦੀ ਆ ਉਹ ਮੁਲਾਇਮ ਸਤ੍ਹਾ ਹੁੰਦੀ ਆ ਉੱਤੇ ਬਹੁਤ ਘੱਟ ਜਾਂਦੀ ਆ, ਜਿਹਦਾ ਕਰਕੇ ਅਸੀਂ ਡਿੱਗ ਜਾਂਦੇ ਹਾਂ, ਕਿਉਂਕਿ ਰਗੜ ਦਾ ਕਰਕੇ ਹੀ ਅਸੀਂ ਚੱਲ ਪਾ ਰਹੇ ਹਾਂ। ਓਕੇ, ਦੇਖੋ ਇੱਕ ਪਿਕਚਰ ਦੇਖੋ। ਇਸ ਤਸਵੀਰ ਵਿੱਚ ਇੱਕ ਲੜਕਾ ਜਿਹੜਾ ਆ ਉਹ ਕੇਲੇ ਦੀ ਛਿਲਕੇ ਤੋਂ ਤਿਲਕ ਗਿਆ ਆ ਕਿਉਂਕਿ ਉੱਥੇ ਰਗੜ ਜਿਹੜੀ ਆ ਬਹੁਤ ਘੱਟ ਗਈ ਆ। ਓਕੇ, ਇੱਕ ਉਦਾਹਰਨ ਦੇਖਦੇ ਹਾਂ, ਕਿਰਿਆ ਦੇਖਦੇ ਹਾਂ। ਰਗੜ ਬਲ ਨੂੰ ਇੱਕ ਕਿਰਿਆ ਰਾਹੀਂ ਸਮਝਦੇ ਹਾਂ। ਮੇਜ਼ ਉੱਤੇ ਰੱਖੀ ਕਿਸੇ ਕਿਤਾਬ ਨੂੰ ਹੌਲੀ ਜਿਹੀ ਧੱਕੋ। ਤੁਸੀਂ ਇਹ ਵੇਖੋਗੇ ਕਿ ਕੁਝ ਦੂਰੀ ਚੱਲ ਕੇ ਇਹ ਰੁਕ ਜਾਂਦੀ ਹੈ। ਇਸੇ ਕਿਰਿਆ ਨੂੰ ਉਲਟ ਦਿਸ਼ਾ ਵਿੱਚ ਬਲ ਲਾ ਕੇ ਦੁਹਰਾਓ। ਕੀ ਇਸ ਵਾਰ ਵੀ ਕਿਤਾਬ ਰੁਕ ਜਾਂਦੀ ਹੈ? ਕੀ ਤੁਸੀਂ ਇਸ ਦਾ ਸਪਸ਼ਟੀਕਰਨ ਸੋਚ ਸਕਦੇ ਹੋ? ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਤਾਬ ਦੀ ਗਤੀ ਦਾ ਵਿਰੋਧ ਕਰਨ ਦੇ ਲਈ ਉਸ ਉੱਤੇ ਕੋਈ ਬਲ ਲੱਗਣਾ ਚਾਹੀਦਾ ਹੈ? ਇਸ ਬਲ ਨੂੰ ਰਗੜ ਬਲ ਕਹਿੰਦੇ ਹਨ। ਓਕੇ, ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਮੇਜ਼ 'ਤੇ ਤੁਸੀਂ ਕਿਤਾਬ ਰੱਖੀ ਹੋਈ ਆ ਉਸਨੂੰ ਹੀ ਅੱਗੇ ਵੱਲ ਧੱਕਦੇ ਹਾਂ ਜਾਂ ਫਿਰ ਉਲਟ ਦਿਸ਼ਾ ਵੱਲੋਂ ਫਿਰ ਉਸ ਨੂੰ ਧੱਕਦੇ ਹਾਂ ਅਤੇ ਉਹ ਰੁਕ ਜਾਂਦੀ ਆ। ਅਜਿਹਾ ਕਿਉਂ ਹੁੰਦਾ ਆ? ਅਜਿਹਾ ਕੀ ਆ ਜਿਹੜਾ ਉਹਦੀ ਗਤੀ ਦੇ ਵਿਰੋਧ ਵਿੱਚ ਕੰਮ ਕਰ ਰਿਹਾ ਆ? ਉਸ ਨੂੰ ਕੀ ਕਹਿੰਦੇ ਹਨ? ਰਗੜ ਬਲ ਕਹਿੰਦੇ ਹਨ, ਠੀਕ ਹੈ। ਹੁਣ ਅਸੀਂ ਇਸ ਨੂੰ ਇੱਕ ਤਸਵੀਰ ਰਾਹੀਂ ਸਮਝਾਂਗੇ ਅਤੇ ਫਿਰ ਅਸੀਂ ਇਸ ਨੂੰ ਇੱਕ ਐਕਟੀਵਿਟੀ ਰਾਹੀਂ ਸਮਝਾਂਗੇ ਕਿ ਰਗੜ ਬਲ ਜਿਹੜੀ ਆ ਉਹ ਕਿਵੇਂ ਕੰਮ ਕਰ ਰਹੀ ਆ ਅਤੇ ਉਹ ਗਤੀ ਦੇ ਕਿਹੜੀ ਸਾਈਡ ਵਿੱਚ ਕੰਮ ਕਰ ਰਹੀ ਹੈ। ਦੇਖੋ ਇਹ ਤਸਵੀਰ ਵਿੱਚ ਤੁਸੀਂ ਦੇਖੋਗੇ ਕਿ ਅਸੀਂ ਜਿਹੜੀ ਕਿਤਾਬ ਆ ਉਸਨੂੰ ਅੱਗੇ ਵੱਲ ਧੱਕ ਰਹੇ ਹਾਂ ਅਤੇ ਉਹ ਕੁਝ ਦਿਸ਼ਾ 'ਤੇ ਜਾ ਕੇ ਸਥਿਤੀ 'ਤੇ ਜਾ ਕੇ ਰੁਕ ਰਹੀ ਆ। ਬੀ ਵਿੱਚ ਅਸੀਂ ਉਹਨੂੰ ਫਿਰ ਉਲਟ ਦਿਸ਼ਾ ਵੱਲੋਂ ਜੇ ਧੱਕ ਰਹੇ ਹਾਂ ਉਹ ਫਿਰ ਇੱਕ ਸਥਿਤੀ 'ਤੇ ਜਾ ਕੇ ਰੁਕ ਰਹੀ ਆ। ਅਤੇ ਅਜਿਹਾ ਕੀ ਆ ਜਿਹੜਾ ਉਹਦੀ ਗਤੀ ਦੇ ਵਿਰੋਧ 'ਚ ਕੰਮ ਕਰ ਰਿਹਾ ਆ? ਉਸ ਨੂੰ ਕੀ ਕਹਿੰਦੇ ਨੇ? ਰਗੜ ਬਲ। ਓਕੇ, ਦੇਖੋ ਜਿਵੇਂ ਅਸੀਂ ਮੇਜ਼ ਦੇ ਉੱਪਰ ਕਿਤਾਬ ਰੱਖੀ ਉਸਨੂੰ ਅੱਗੇ ਵੱਲ ਧੱਕਦੇ ਹਾਂ, ਠੀਕ ਹੈ, ਉਹ ਅੱਗੇ ਜਾ ਕੇ ਇੱਕ ਸਥਿਤੀ 'ਤੇ ਰੁਕ ਜਾਂਦੀ ਹੈ। ਹੁਣ ਉਲਟ ਦਿਸ਼ਾ ਵੱਲੋਂ ਜੇਕਰ ਅਸੀਂ ਉਸਨੂੰ ਧੱਕਦੇ ਹਾਂ ਅਤੇ ਫਿਰ ਉਹ ਇੱਕ ਸਥਿਤੀ 'ਤੇ ਜਾ ਕੇ ਰੁਕ ਰਹੀ ਆ, ਮਤਲਬ ਕਿ ਗਤੀ ਦੇ ਵਿਰੋਧ ਵਿੱਚ ਇੱਕ ਬਲ ਜਿਹੜਾ ਹੈ ਉਹ ਕੰਮ ਕਰ ਰਿਹਾ। ਤੁਸੀਂ ਵੇਖਿਆ ਕਿ ਜੇ ਤੁਸੀਂ ਖੱਬੀ ਦਿਸ਼ਾ ਵੱਲ ਬਲ ਲਾਉਂਦੇ ਹੋ ਤਾਂ ਰਗੜ ਜਿਹੜੀ ਆ ਉਹ ਸੱਜੀ ਦਿਸ਼ਾ ਵੱਲ ਕੰਮ ਕਰਦੀ ਆ, ਅਤੇ ਜੇ ਤੁਸੀਂ ਸੱਜੀ ਦਿਸ਼ਾ ਵੱਲ ਬਲ ਲਾਉਂਦੇ ਹੋ ਤਾਂ ਰਗੜ ਖੱਬੀ ਦਿਸ਼ਾ ਵਿੱਚ ਕਾਰਜ ਕਰਦੀ ਹੈ। ਦੋਹਾਂ ਸਥਿਤੀਆਂ ਵਿੱਚ ਰਗੜ ਕਿਤਾਬ ਦੀ ਗਤੀ ਦਾ ਵਿਰੋਧ ਕਰਦੀ ਹੈ। ਰਗੜ ਬਲ ਹਮੇਸ਼ਾ ਹੀ ਲਾਏ ਗਏ ਬਲ ਦਾ ਵਿਰੋਧ ਕਰਦਾ ਹੈ। ਉਪਰੋਕਤ ਕਿਰਿਆ ਵਿੱਚ ਰਗੜ ਬਲ ਕਿਤਾਬ ਅਤੇ ਮੇਜ਼ ਦੀਆਂ ਸਤਹਾਂ ਦੇ ਵਿਚਕਾਰ ਕਾਰਜ ਕਰਦਾ ਹੈ, ਠੀਕ ਹੈ। ਰਗੜ ਬਲ ਜਿਹੜਾ ਹੁੰਦਾ ਆ ਉਹ ਹਮੇਸ਼ਾ ਗਤੀ ਦੀ ਉਲਟ ਦਿਸ਼ਾ ਵਿੱਚ ਕੰਮ ਕਰਦਾ ਆ ਅਤੇ ਗਤੀ ਦਾ ਵਿਰੋਧ ਕਰਦਾ ਆ, ਠੀਕ ਹੈ। ਅਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਰਗੜ ਬਲ ਆ ਲੱਗਦਾ ਕਿੱਥੇ ਆ? ਸਤ੍ਹਾ ਦੇ ਵਿਚਕਾਰ, ਜਿਵੇਂ ਕਿਤਾਬ ਅਤੇ ਮੇਜ਼ ਦੀ ਸਤ੍ਹਾ ਦੇ ਵਿਚਕਾਰ ਲੱਗਿਆ ਸੀਗਾ। ਥੈਂਕ ਯੂ।